अगर कोई 18 साल तो कम उम्र बच्चा कोई गड्डी या कोई मोटरसाइकिल चलाता होया फड़िया गया ਉਹਦੇ ਤੇ ਵੀ FIR ਦਿੱਤੀ ਜਾਏਗੀ ਤੇ ਉਹਦੇ ਵਾਲਦ ਤੇ ਵੀ FIR ਦਿੱਤੀ ਜਾਏਗੀ। ਇਹ ਇੱਕ ਬੜੀ ਅਹਿਮ ਗੱਲ ਹੈ। ਉਹਨਾਂ ਮੇਰੇ ਕੋਲੋਂ ਪਹਿਲਾ ਕੁਐਸਚਨ ਕੀਤਾ, ਅਗਰ ਨੀਂਦ ਆਉਂਦੀ ਹੋਵੇ क्या ਗੱਡੀ ਜਾਣ ਦੇਣੀ ਚਾਹੀਦੀ ਹੈ ਕਿ ਸਾਈਡ ਤੇ ਕਰਕੇ ਰੈਸਟ ਕਰਨੀ ਚਾਹੀਦੀ ਹੈ? ਤੁਹਾਨੂੰ ਇਹ ਦੱਸੋ ਕਿ ਇੱਕ ਤੇ ਟ੍ਰਾਇਲ ਲਿਆ ਨਾ ਉਹਨਾਂ ਨੇ ਜਿਹੜਾ ਤੁਹਾਡੇ ਕੋਲੋਂ ਗੱਡੀ ਦਾ, ਦੂਸਰਾ ਇਹ ਕਿ ਜਿਹੜਾ ਉਹਨਾਂ ਨੇ ਤੁਹਾਡੇ ਕੋਲੋਂ मतलब कोई पेपर को टेस्ट भी लिया उन्होंने, कोई साइन टेस्ट वगैरह स्क्रीन अज तुहानू ਅਸੀਂ ਦੱਸਨੇ ਆ ਕਿ ਲਾਇਸੈਂਸ ਅਕਸਰ ਲੋਕ ਕਹਿੰਦੇ ਨੇ ਜੀ ਸਾਡਾ ਲਾਇਸੈਂਸ ਅਸੀਂ ਬੜਾ ਅਰਸਾ ਹੋ ਗਿਆ ਸਾਨੂੰ ਲਾਇਸੈਂਸ ਨਹੀਂ ਬਣ ਰਿਹਾ, ਬੜੇ ਆਵਾਜ਼ਾਰੀ ਪਈ ਹੈ। ਸਾਡੇ ਇੱਕ ਦੋਸਤ ਨੇ ਲਾਇਸੈਂਸ ਬਣਵਾ ਕੇ ਆਏ ਨੇ, ਜਰਾ ਦਿਖਾਣਾ ਸਰ। ਇਹਨਾਂ ਨੇ ਲਾਇਸੈਂਸ ਬਣਵਾਇਆ ਆਪਣਾ LTV मोटरसाइकिल LTV ਤੇ ਮੋਟਰ ਕਾਰ ਦਾ, ਯਾਨੀ ਕਿ ਤਿੰਨ ਲਾਇਸੈਂਸ ਜੋ ਨੇ ਉਹ ਇਹਨਾਂ ਦੇ ਇਕੱਠੇ ਬਣੇ ਨੇ। ਤੇ ਇਹਨਾਂ ਕੋਲ ਪੁੱਛਨੇ ਆ ਕਿ ਲਾਇਸੈਂਸ ਜਿਹੜੇ ਨੇ ਉਹ ਕਿੰਨਾ ਟਾਈਮ ਲੱਗਾ, ਟ੍ਰਾਇਲ ਕਿੰਨਾ ਮੁਸ਼ਕਿਲ ਸੀ, ਜਾਂ ਇਹਨਾਂ ਦੇ ਜੋ ਟੈਸਟ ਸਾਨੂੰ ਕਿਹੜੇ ਟੈਸਟ ਹੋਏ ਨੇ, ਕਿਸ ਤਰ੍ਹਾਂ ਇਹਨਾਂ ਨੂੰ ਲਾਇਸੈਂਸ ਮਿਲਿਆ ਹੈ, ਉਸੇ ਵਕਤ ਹੀ ਮਿਲ ਗਿਆ ਸੀ ਜਾਂ ਕੁਝ ਇੰਤਜ਼ਾਰ ਕਰਨਾ ਪਿਆ ਇਹਨਾਂ ਨੂੰ? अस्सलाम वालेकुम जी, क्या अच्छा सर, ये दसो कि ਤੁਸੀਂ ਜਰਾ ਆਪਣਾ ਲਾਇਸੈਂਸ ਬਣਵਾ ਕੇ ਆਏ ਹੋ, ਤੁਹਾਨੂੰ ਕੋਈ ਮੁਸ਼ਕਲ ਨਜ਼ਰ ਆਈ ਹੈ ਉੱਥੇ ਬਣਾਉਂਦੇ ਆ? ਨਹੀਂ ਜੀ, ਕੋਈ ਮੁਸ਼ਕਲ ਨਹੀਂ, ਮਾਸ਼ਾਅੱਲਾ ਮੈਰਿਟ ਦਾ ਫੈਸਲਾ। ਅੱਛਾ, ਕੋਈ ਕਿਸੇ ਨੇ ਕਰ ਰੁਪਿਆ ਰਿਸ਼ਵਤ ਨਹੀਂ ਦਿੱਤੀ। ਅੱਛਾ, ਗਏ ਆ ਲਰਨਿੰਗ ਲਾਇਸੈਂਸ ਬਣਵਾਇਆ ਸੀ 2018 ਚ, ਉਸ ਤੋਂ ਬਾਅਦ ਜ਼ਰੂਰਤ ਨਹੀਂ ਪਈ ਹੈ। ਫਿਰ ਮੈਂ ਗਿਆ, ਉਹਨਾਂ 1000 ਰੁਪਇਆ ਲਰਨਿੰਗ ਚੇਂਜ ਕਰਨ ਦੀ ਫੀਸ ਲਈ ਮੇਰੇ ਕੋਲੋਂ। ਠੀਕ ਹੋ, ਫੀਸ ਲੈਣ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ, ਸਵਾਰ ਜਾਂ ਮੰਗਲ ਵਾਲੇ ਦਿਨ ਤੁਸੀਂ ਆ ਕੇ ਟਰਾਈ ਕਰਨੀ। ਮੈਂ ਸਵਾਰ ਵਾਲੇ ਦਿਨ ਗਿਆ, ਉੱਥੇ ਜਾ ਕੇ ਸਾਰੇ ਟੋਕਨ ਲਿਆ, ਟੋਕਨ ਲੈ ਕੇ ਆ ਕੇ ਟਿਊਟੇ ਵਾਲਾ ਇੱਕ ਬੰਦਾ ਉਹਨੂੰ ਸਿਰਫ 400 ਰੁਪਇਆ ਦਿੱਤਾ। ਅੱਛਾ, ਟਿਊਟੇ ਵਾਲਾ ਜਿਹੜਾ ਟਰਾਈ ਲੈਂਦਾ ਉਹਨੂੰ 400 ਰੁਪਏ ਦਿੱਤਾ। 400 ਰੁਪਇਆ ਗੱਡੀ ਦੀ ਫੀਸ ਸੀ ਜੀ? ਉਹ 400 ਰਿਸ਼ਵਤ ਸੀ? ਨਹੀਂ, ਉਹ ਗੱਡੀ ਦੀ ਫੀਸ 400 ਰੁਪਇਆ। ਉਹ ਜਿਹੜਾ ਬੰਦਾ ਉੱਤੇ ਟਰਾਈ ਲੈਂਦਾ 400 ਰੁਪਇਆ ਉਹਨੂੰ ਦਿੱਤਾ। ਠੀਕ, ਜਾ ਕੇ ਐਨਜਲ ਦੇ ਵਿੱਚ ਸਿੱਧਾ ਟਰਾਈ ਲੈ ਕੇ ਵਾਪਸ ਆਇਆ, ਕੈਮਰੇ ਲੱਗੇ ਸਨ, ਮੈਰਿਟ ਤੇ ਫੈਸਲਾ ਹੋਇਆ। ਗੱਡੀ ਬੈਗ ਲਿਆ ਕੇ ਖਿਲਾ ਦਈਏ, ਬੜੇ ਇਤਰਾਮ ਨਾਲ ਉਹਨਾਂ ਗੱਲ ਕੀਤੀ ਹੈ। ਠੀਕ ਹੈ, ਉਹਨਾਂ ਨੇ ਗੱਲ ਕਰਕੇ ਉਹਨਾਂ ਕਿਹਾ ਸਰ ਤੁਸੀਂ ਪਾਸ ਹੋ। ਉਹਨਾਂ ਇੱਕ ਟੋਕਨ ਸੀ ਉਹਦੇ ਤੇ ਲਿਖ ਕੇ ਦਿੱਤਾ। ਮੈਂ ਵਾਰਡਨ ਦਫ਼ਤਰ ਗਿਆ, ਉਹਨਾਂ ਮੈਨੂੰ ਬੜੇ ਇਤਰਾਮ ਨਾਲ ਪੁੱਛਿਆ ਸਰ ਕਿੰਨੀ ਫੀਸ ਤੁਸੀਂ ਪੇ ਕਰ ਸਕਦੇ ਹੋ? ਅੱਛਾ, ਮੈਕਸਿਮਮ ਤੁਸੀਂ ਇੱਕ 2500 ਰੁਪਇਆ ਵੀ ਹੈ, 4800 ਰੁਪਇਆ ਵੀ ਹੈ, 6500 ਰੁਪਇਆ ਵੀ ਹੈ, 7000 ਰੁਪਇਆ ਵੀ, 9700 ਰੁਪਇਆ ਵੀ। ਅੱਛਾ, 1 ਸਾਲ ਦੀ ਲੈਦਾ ਫੀਸ ਹੈ, 2 ਸਾਲ ਦੀ ਲੈਦਾ, 3 ਸਾਲ ਦੀ ਲੈਦਾ, 5 ਸਾਲ ਦੀ ਲੈਦਾ। ਬੜੇ ਇਤਰਾਮ ਨਾਲ ਕੀਤਾ। ਮੈਂ ਇਤਫਾਕਨ ਗਿਆ ਵਾ, ਮੇਰੀ ਜੇਬ ਚੋਂ 1500 ਰੁਪਇਆ ਸੀ। ਅੱਛਾ, ਉਹਨਾਂ ਨੇ ਮੈਨੂੰ ਕਿਹਾ ਕੋਈ ਇਸ਼ੂ ਨਹੀਂ। ਅੱਛਾ, ਮੇਰਾ ਲਾਇਸੈਂਸ ਬਣਾ ਦਿੱਤਾ 3 ਸਾਲ ਦਾ, ਉਹਨਾਂ ਹਰ ਚੀਜ਼ ਕਲੀਅਰ ਕਰ ਦਿੱਤੀ ਹੈ। ਉਹਨਾਂ ਕਿਹਾ ਤੁਸੀਂ 15 ਦਿਨ ਬਾਅਦ ਆਓ, 10 ਦਿਨ ਬਾਅਦ ਆਓ, ਫੀਸ ਜਮ੍ਹਾਂ ਕਰਾਓ, ਲਾਇਸੈਂਸ ਤੁਹਾਨੂੰ ਮਿਲ ਜਾਏਗਾ। ਕੀ ਬਾਤ, ਕੋਈ ਮੁਸ਼ਕਲ ਨਹੀਂ। ਸਭ ਦੋਸਤਾਂ ਅਹਿਬਾਬਾਂ ਨੂੰ ਮੈਂ ਇੱਕ ਚੀਜ਼ ਸਮਝਾਉਣਾ ਚਾਹਾਂਗਾ, ਕਿਸੇ ਨੂੰ ਕੋਈ ਪੈਸਾ ਦੇਣ ਦੀ ਕੋਈ ਕਿਸੇ ਨੂੰ ਜ਼ਰੂਰਤ ਨਹੀਂ ਹੈ। ਸਿਰਫ ਔਰ ਸਿਰਫ ਆਪਣੇ ਦਿਲ ਨੂੰ ਖਿਲਾਰੋ। ਜਦੋਂ ਉੱਥੇ ਤੁਸੀਂ ਟਰਾਈ ਦੇਣ ਲੱਗਦੇ ਹੋ, ਠੀਕ ਹੈ, ਟਰਾਈ ਦਿੰਦੇ ਹੋ, ਟਰਾਈ ਦੇ ਦੌਰਾਨ ਅਗਰ ਤੁਸੀਂ ਗੱਡੀ ਅੱਗੇ ਪਿੱਛੇ ਕਰਦੇ ਹੋ ਤੇ ਤੁਹਾਡੇ ਆਪਣੇ ਦਿਲ ਦੇ ਵਿੱਚ ਜ਼ਹਿਨੀ ਦਬਾਅ ਹੁੰਦਾ। ਟੈਸਟ ਬੜਾ ਮੁਸ਼ਕਿਲ ਸੀ ਜਾਂ ਆਸਾਨ? ਨਹੀਂ ਸਰ, ਬਹੁਤ ਆਸਾਨ ਹੈ। ਅੱਛਾ, ਉਸ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇੱਕ ਤੇ ਟਰਾਇਲ ਲਿਆ ਨਾ ਉਹਨਾਂ ਨੇ ਜਿਹੜਾ ਤੁਹਾਡੇ ਕੋਲੋਂ ਗੱਡੀ ਦਾ, ਦੂਸਰਾ ਇਹ ਕਿ ਜਿਹੜਾ ਉਹਨਾਂ ਨੇ ਤੁਹਾਡੇ ਕੋਲੋਂ मतलब कोई पेपर को टेस्ट भी लिया उन्होंने, कोई साइन टेस्ट वगैरह स्क्रीन सर ਉਹ ਉਹਨਾਂ ਨੇ ਕਿਹਾ ਉਹ ਵੀ ਬੜਾ ਆਸਾਨ ਤਰੀਕਾ ਹੈ। ਅੱਛਾ, ਜਿਹੜਾ ਡਰਾਈਵਰ ਆਦਮੀ ਹੈ ਜਾਂ ਜਿਹੜਾ ਗੱਡੀਆਂ ਚਲਾਉਂਦਾ ਉਹਨੂੰ ਸਮਝ, ਉਹਨਾਂ ਮੇਰੇ ਕੋਲ 4 ਤੋਂ 5 ਸਵਾਲ ਕੀਤੇ ਨੇ ਜੀ ਕਿ ਸਰ ਉਹ ਵੀ ਕੰਪਿਊਟਰ ਦੇ ਉੱਤੇ, ਕਿਸੇ ਬੰਦੇ ਨਹੀਂ ਕੀਤੇ, ਲਾਈਵ ਕੰਪਿਊਟਰ ਆਨਲਾਈਨ ਸੀ। ਉਹਨਾਂ ਮੇਰੇ ਕੋਲ ਪਹਿਲਾ ਕੁਐਸਚਨ ਕੀਤਾ, ਅਗਰ ਨੀਂਦ ਆਉਂਦੀ ਹੋਵੇ क्या ਗੱਡੀ ਜਾਣ ਦੇਣੀ ਚਾਹੀਦੀ ਹੈ ਕਿ ਸਾਈਡ ਤੇ ਕਰਕੇ ਰੈਸਟ ਕਰਨੀ ਚਾਹੀਦੀ ਹੈ? ਉੱਥੇ ਮੈਂ ਆਪਸ਼ਨ ਦੇ ਵਿੱਚ ਲਿਖਿਆ ਕਿ ਗਾੜੀ ਸਾਈਡ ਤੇ ਕਰਕੇ ਰੈਸਟ ਕਰਨੀ ਚਾਹੀਏ। ਗੁੱਡ ਹੋ ਗਿਆ। ਉਸ ਤੋਂ ਬਾਅਦ ਉਹਨਾਂ ਪੁੱਛਿਆ ਅਗਰ ਤੁਸੀਂ ਗੱਡੀ ਚਲਾਉਣ ਦੇ ਦੌਰਾਨ ਧੁੰਦ ਵਗੈਰਾ ਆਏ ਕਿਆ ਗੱਡੀ ਫਾਸਟ ਰੱਖਣੀ ਚਾਹੀਦੀ ਹੈ, ਕੀ ਕਰਨਾ ਚਾਹੀਦਾ? ਉਹਦੇ ਵਿੱਚ ਲਿਖਿਆ ਸੀ ਕੀ ਆਪਸ਼ਨ ਆਏ ਨੇ। ਮੈਂ ਡਬਲ ਇੰਡੀਕੇਟਰ ਵਾਲਾ ਇਸ਼ਾਰਾ ਦਬਾਇਆ ਤੇ ਗੱਡੀ ਸਲੋ ਮੋਸ਼ਨ 'ਚ ਰੱਖੀ ਹੈ, ਉਹਨਾਂ ਨੇ ਪਾਸ ਕਰ ਦਿੱਤਾ। ਫਿਰ ਉਹਨਾਂ ਨੇ ਤੀਸਰਾ ਸਵਾਲ ਇਹ ਕੀਤਾ, ਅਗਰ ਤੁਸੀਂ ਬਾਰਿਸ਼ ਦੇ ਦੌਰਾਨ ਗੱਡੀ ਸਪੀਡ ਨਾਲ ਚਲਾ ਸਕਦੇ ਹੋ ਕਿ ਸਲੋ ਚਲਾ ਸਕਦੇ ਹੋ? ਨੋ ਪ੍ਰੋਬਲਮ, ਈਜ਼ੀ ਹੋ ਕੇ ਜਵਾਬ ਦਿਓ। ਅਗਰ ਅਸੀਂ ਇੱਥੇ ਕਹਿੰਦੇ ਫਾਸਟ ਹੀ ਚਲਾ ਸਕਦੇ ਹਾਂ, ਉਹਨਾਂ ਕੈਂਸਲ ਕਰ ਦੇਣਾ ਸੀ। ਬਾਰਿਸ਼ ਦੇ ਦੌਰਾਨ ਆਪਣੇ ਸ਼ੀਸ਼ੇ ਸਾਈਡ ਅਪ, ਚੀਜ਼ਾਂ ਦੇਖੋ ਤੇ ਆਰਾਮ ਨਾਲ ਗੱਡੀ ਰੱਖੋ ਤਹਮਲ ਦੇ ਨਾਲ। ਠੀਕ ਹੈ, ਅਗਰ ਦੇਖੋ ਕਿ ਜ਼ਿਆਦਾ ਸਮੋਕ ਹੈ ਜਾਂ ਜ਼ਿਆਦਾ ਕੋਈ ਨਈ ਚੀਜ਼ ਨਜ਼ਰ ਆਂਦੀ, ਗੇਅਰ ਛੋਟੇ ਆ ਜਾਓ, ਤੁਸੀਂ ਦੂਸਰਾ ਗੇਅਰ ਕਰ ਲਓ, ਪਹਿਲਾ ਗੇਅਰ ਕਰ ਲਓ। ਇਹ ਚੀਜ਼ਾਂ ਪੁੱਛਦੇ ਨੇ, ਤੁਸੀਂ ਉੱਥੇ ਰਾਈਟ ਜਵਾਬ ਦੇ ਦਿਓ। ਵੈਰੀ ਗੁੱਡ। ਠੀਕ ਹੈ, ਯਾਨੀ ਕਿ ਇਹ ਬੜਾ ਜੀ ਇਹ ਸਵਾਲ ਉਹ ਨੇ ਕਿ ਜਿਹੜੇ ਮੇਰਾ ਖਿਆਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਅਨਾੜੀ ਬੰਦੇ ਕੋਲੋਂ ਵੀ ਪੁੱਛੇ ਜਾਣ ਤੇ ਉਹ ਗਲਤ ਜਵਾਬ ਦੇ। ਹੁਣ ਤੇ ਫਿਰ ਦਾ ਮਤਲਬ ਹੈ ਕਿ ਬੜਾ ਆਸਾਨ ਹੋ ਗਿਆ ਲਾਇਸੈਂਸ ਬਣਵਾਉਣਾ। ਸਰ ਮੈਂ ਗਿਆ ਵਾ 15-20 ਦਿਨ ਚ ਮੈਂ ਲਾਇਸੈਂਸ ਬਣਵਾ ਲਿਆ। ਇਹ ਜੁੰਦਾ ਜਾਦਾ ਓਰੀਜਨਲ ਮੇਰੇ ਕੋਲ ਹੈ, ਇਹ ਓਰੀਜਨਲ ਹੈ। ਠੀਕ ਹੈ, ਇਹ ਮੈਂ ਸਾਰੇ ਡਿਮੀ ਕਢਵਾ ਕੇ ਰੱਖੀ ਸੀ ਆਰਜ਼ੀ ਤੌਰ ਤੇ, ਇਹਨੂੰ ਡਿਮੀ ਕਹਿੰਦੇ। ਇਹ ਉਸੇ ਵਕਤ ਹੀ ਮਿਲ ਗਈ ਸੀ? ਇਹ ਉਸੇ ਟਾਈਮ ਹੀ ਮਿਲ ਗਈ ਸੀ। ਠੀਕ ਹੋ ਗਿਆ। ਠੀਕ ਹੈ, ਯਾਨੀ ਕਿ ਲਾਇਸੈਂਸ ਜਦੋਂ ਬਣਵਾਇਆ ਇਹਨਾਂ ਨੇ, ਟਰਾਈ ਦਿੱਤੀ ਹੈ, ਉਸ ਤੋਂ ਤਕਰੀਬਨ ਕੋਈ 10-15 ਮਿੰਟ ਬਾਅਦ ਜਿਹੜਾ ਉਹ ਇਹਨਾਂ ਨੂੰ ਲਾਇਸੈਂਸ ਜਿਹੜਾ ਉਹ ਮਿਲ ਗਿਆ। ਤੇ ਇਹ ਇੱਕ ਜਨਾਬ ਬੜੀ ਅਹਿਮ ਗੱਲ ਹੈ ਕਿ ਲਾਇਸੈਂਸ ਇੱਕ ਤੇ ਬੜਾ ਸੌਖਾ ਤੇ ਆਸਾਨ ਹੋ ਗਿਆ ਬਣਾਉਣਾ। ਤੇ ਕੋਸ਼ਿਸ਼ ਕਰੋ ਯਾਰ ਆਪਣੀਆਂ ਜ਼ਿੰਦਗੀਆਂ ਦੇ ਨਾਲ ਨਾ ਖੇਲੋ, ਆਪਣਾ ਲਾਇਸੈਂਸ ਲਾਜ਼ਮੀ ਬਣਵਾਓ। ਤੇ 18 ਸਾਲ ਤੋਂ ਕਮ ਉਮਰ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਗੁਜ਼ਾਰਿਸ਼ ਇਹ ਹੈ ਕਿ ਜਿਹੜਾ ਗੱਡੀ ਚਲਾਉਣਾ ਜਾਂ ਮੋਟਰਸਾਈਕਲ ਚਲਾਉਣਾ ਜਿਹੜਾ ਬੰਦ ਕਰ ਦਿਓ।
ਹੁਣ ਇੱਕ ਹੋਰ ਤੁਹਾਨੂੰ ਮੈਂ ਬੜੀ ਇੱਕ ਅਹਿਮ ਗੱਲ ਮੈਂ ਦੱਸਦਾ ਚਲਾਂ ਕਿ ਅਗਰ ਕੋਈ 18 ਸਾਲ ਤੋਂ ਕਮ ਉਮਰ ਬੱਚਾ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਚਲਾਉਂਦਾ ਹੋਇਆ ਫੜਿਆ ਗਿਆ, ਉਹਦੇ ਤੇ ਵੀ FIR ਦਿੱਤੀ ਜਾਏਗੀ ਤੇ ਉਹਦੇ ਵਾਲਦ ਤੇ ਵੀ FIR ਦਿੱਤੀ ਜਾਏਗੀ। ਇਹ ਇੱਕ ਬੜੀ ਅਹਿਮ ਗੱਲ ਹੈ। ਇਹ ਮੈਂ ਇੱਕ ਬੜਾ ਅਹਿਮ ਗੱਲ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਅਗਰ ਤੁਹਾਡਾ 18 ਸਾਲ ਤੋਂ ਕਮ ਉਮਰ ਬੱਚਾ ਮੋਟਰਸਾਈਕਲ ਜਾਂ ਗੱਡੀ ਚਲਾਉਂਦਾ ਫੜਿਆ ਗਿਆ ਤੇ ਦੋਨਾਂ ਦੇ ਉੱਤੇ FIR ਦੇ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਇਹ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਕਿ ਅੱਜ ਤੋਂ ਬਾਅਦ ਆਪਣੇ ਛੋਟੇ ਬੱਚਿਆਂ ਨੂੰ मोटरसाइकिल या गड्डी देने तो परहेज करो। जी अक्सर लोग मेरी तरह ये सोचते होंगे कि जनाब ये सीट बेल्ट काम कैसे करता है, क्योंकि जब हम सीट बेल्ट बांधते हैं तो आराम से खींचते हैं, इसे आप जितना मर्जी खींचते जाएं ये निकलता जाएगा, ये लंबा होता जाएगा, जितना मर्जी से लंबा कर लें। तो अक्सर बंदे ये सोचते हैं कि यार जब एक्सीडेंट होगा तो ये कैसे काम करेगा, ये तो जितना मर्जी खींचते जाए बंदा तो फिर आगे चला जाएगा। ये मेरे ख्याल में ये ठीक नहीं है। तो मैं आपको ये बताता हूँ कि ये काम कैसे करता है। बेसिकली हम जब सीट बेल्ट बांधते हैं तो हम इसे बड़े आराम से खींचते हैं, ये देखें अब जितना मर्जी खींचते चले जाएं ये निकलता जाएगा। लेकिन जब एक्सीडेंट होता है, खुदा न खासा गाड़ी जब आगे लगती है तो फिर एकदम से झटका लगता है, बंदा आगे हो जाता है। तो होता कुछ यूं है कि ये आराम से खींचे ये बाहर आ जाएगा, लेकिन जब इसे झटके के साथ ऐसे खींचे ये लॉक हो जाएगा। ये देखिए ये लॉक हो गया, आराम से खींचा ये आ गया, लेकिन जब ये लॉक हो गया, ये जहां एकदम से खींचा जाएगा ये लॉक हो जाएगा। ये देखिए ये लॉक हो गया, ये नहीं खुलेगा, कुछ भी कर लें ये बाहर नहीं आएगा, जितना मर्जी से जोर लगा लें। लेकिन जब पीछे करके आराम से आप खींचेंगे तो जितना मर्जी निकाल लें। ये देखें जब झटका लगेगा ये एकदम से ये लॉक हो गया, जब एकदम से खींचा जाएगा तो ये खुद ब खुद लॉक हो जाएगा। ये इसका सारा मैकेनिज्म होता है।